ਮੂਸੇਵਾਲਾ ਕਤਲकांड ਨੂੰ ਲੈ ਕੇ ਅੱਜ ਪੰਜਾਬ ਪੁਲਿਸ ਦੀ ਵੱਡੀ ਪ੍ਰੈਸ ਕਾਨਫਰੰਸ। ਸ਼ਾਮ 5 ਵਜੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਮੁਖੀ ਕਰਨਗੇ ਅਹਿਮ ਖੁਲਾਸੇ। ਲਾਰੈਂਸ ਬਿਸ਼ਨੋਈ ਦੇ ਖੋਲਣਗੇ ਰਾਜ਼। ਮੂਸੇਵਾਲਾ ਦੇ ਕਾਤਲਾਂ ਦਾ ਮਦਦਗਾਰ ਪ੍ਰਦੀਪ ਗ੍ਰਿਫਤਾਰ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਦਬੋਚਿਆ। ਪ੍ਰਿਆਵਰਤ ਫੌਜੀ ਤੇ ਅੰਕਿਤ ਨੂੰ ਫਤਿਆਬਾਦ ਅਤੇ ਹਿਸਾਰ ਦੇ ਦਿੱਤੀ ਸੀ ਪਨਾਹ। बहादुरगढ़ STF ने शार्पशूटर मोहित ਨੂੰ ਕੀਤਾ गिरफ्तार। ਪ੍ਰਿਆਵਰਤ फौजी का दसिया जा रहा साथी। ਮੂਸੇਵਾਲਾ कतलकांड ਨੂੰ ਲੈ ਕੇ भी हो सकती है पुछगिछ। ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਵਿੱਚ ਵਧਿਆ ਧਮਕੀਆਂ ਦਾ ਸਿਲਸਿਲਾ। OP ਸੋਨੀ ਬੋਨੀ ਅਜਨਾਲਾ ਤੋਂ ਬਾਅਦ ਹੁਣ ਕਾਂਗਰਸ ਆਗੂ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਆਇਆ ਫੋਨ। ਪੈਸੇ ਨਾ ਦੇਣ ਤੇ ਮਾਰ ਦੇਣ ਦੀ ਦਿੱਤੀ ਧਮਕੀ। ਸੰਗਰੂਰ ਜਿਮਨੀ ਚੋਣ ਦੇ ਲਈ ਵੋਟਾਂ ਦੇ ਵਿੱਚ ਨਹੀਂ ਦਿਖ ਰਿਹਾ ਉਤਸ਼ਾਹ। 3 ਵਜੇ ਤੱਕ ਸਿਰਫ 29% ਵੋਟਿੰਗ। ਸੁਨਾਮ ਦੇ ਵਿੱਚ ਸਭ ਤੋਂ ਵੱਧ 30% ਤੇ ਬਰਨਾਲਾ ਦੇ ਵਿੱਚ ਸਭ ਤੋਂ ਘੱਟ 20% ਹੋਈ ਵੋਟਿੰਗ। ਆਪ ਉਮੀਦਵਾਰ ਗੁਰਮੇਲ ਸਿੰਘ ਅਤੇ ਕਾਂਗਰਸ ਕੈਂਡੀਡੇਟ ਦਲਵੀਰ ਗੋਲਡੀ ਨੇ ਪਾਈ ਵੋਟ। BJP ਦੇ ਕੇਵਲ ਢਿੱਲੋਂ ਨੇ ਵੀ ਪਾਈ ਵੋਟ। ਆਪੋ ਆਪਣੀ ਜਿੱਤ ਦੇ ਕੀਤੇ ਦਾਅਵੇ। पच्ची जून ਨੂੰ ਹਿਮਾਚਲ ਜਾਣਗੇ ਅਰਵਿੰਦ ਕੇਜਰੀਵਾਲ ਤੇ ਸੀਐਮ ਭਗਵੰਤ ਮਾਨ। ਕੁੱਲੂ ਦੇ ਵਿੱਚ ਕੱਢਣਗੇ ਰੋਡ ਸ਼ੋ। ਪਟਿਆਲਾ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਮਿਲੇ ਸੁਖਬੀਰ ਸਿੰਘ ਬਾਦਲ। ਮੀਡੀਆ ਨਾਲ ਗੱਲ ਕੀਤੇ ਬਗੈਰ ਚੁੱਪਚਾਪ ਨਿਕਲੇ। ਕਰਪਸ਼ਨ ਕੇਸ ਦੇ ਵਿੱਚ ਗ੍ਰਿਫਤਾਰ IAS ਸੰਜੇ ਪੋਪਲੀ ਦੀਆਂ ਹੋਰ ਵਧੀਆਂ ਮੁਸ਼ਕਲਾਂ। ਕਰਨਾਲ ਦੇ ਇੱਕ ਹੋਰ ਠੇਕੇਦਾਰ ਨੇ ਵਿਜੀਲੈਂਸ ਨੂੰ ਸੌਂਪੀ ਸ਼ਿਕਾਇਤ। ਪੋਪਲੀ ਤੇ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ। ਤਰਨਤਾਰਨ ਦੇ ਗੋਇੰਦਵਾਲ ਦੇ ਵਿੱਚ ਅਚਾਨਕ ਗੋਲੀ ਚੱਲਣ ਦੇ ਨਾਲ ASI ਦੀ ਮੌਤ। ਸਰਵਿਸ ਰਿਵਾਲਵਰ ਸਾਫ਼ ਕਰਨ ਵੇਲੇ ਚੱਲੀ ਗੋਲੀ। ਮੌਕੇ ਤੇ ਹੀ ਤੋੜਿਆ ਦਮ। ਅੰਮ੍ਰਿਤਸਰ ਦੇ ਪਿੰਡ ਨਿਜ਼ਾਮਪੁਰਾ ਦੇ ਵਿੱਚ ਪਾਣੀ ਦੀ ਟੈਂਕੀ ਤੇ ਚੜਿਆ ਨੌਜਵਾਨ। ਪਿਛਲੇ ਕਰੀਬ 5 ਘੰਟੇ ਤੋਂ ਨੌਜਵਾਨ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਜਾਰੀ। ਪਿੰਡ ਦੇ ਸਰਪੰਚ ਤੇ ਲਗਾਏ ਕੁੱਟਮਾਰ ਦੇ ਇਲਜ਼ਾਮ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਗਰੂਰ ਜਿਮਨੀ ਚੋਣ ਦੀ। ਜਿਮਨੀ ਚੋਣ ਨੂੰ ਲੈ ਕੇ VOTING ਜਾਰੀ ਹੈ। 3 ਵਜੇ ਤੱਕ ਗੱਲ ਵੋਟ ਫੀਸਦ ਦੀ ਕੀਤੀ ਜਾਵੇ ਤਾਂ 3 ਵਜੇ ਤੱਕ 29.07% VOTING ਹੋਈ ਹੈ। ਸਭ ਤੋਂ ਵੱਧ ਸੁਨਾਮ ਦੇ ਵਿੱਚ 30.4% VOTING ਹੋਈ ਹੈ। ਸਭ ਤੋਂ ਘੱਟ ਬਰਨਾਲਾ ਦੇ ਵਿੱਚ 27.23% VOTING ਹੋਈ ਹੈ। ਇਹ 3 ਵਜੇ ਦਾ ਅੰਕੜਾ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ। ਸੰਗਰੂਰ ਦੇ ਵਿੱਚ ਜਿਮਨੀ ਚੋਣ ਨੂੰ ਲੈ ਕੇ ਫਿਲਹਾਲ VOTING ਜਾਰੀ ਹੈ। 3 ਵਜੇ ਤੱਕ ਦਾ ਜੋ ਵੱਖ-ਵੱਖ ਲੋਕ ਸਭਾ ਦੇ ਵਿਧਾਨ ਸਭਾ ਹਲਕਿਆਂ ਦੀ ਜਿਹੜੀ ਵੋਟ ਫੀਸਦ ਸਾਡੇ ਤੱਕ ਪਹੁੰਚੀ ਆ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾ ਰਹੇ ਹਾਂ। 29.07% VOTING ਹੋਈ ਹੈ 3 ਵਜੇ ਤੱਕ। ਜੇਕਰ ਲੋਕ ਸਭਾ ਹਲਕੇ ਦੀ ਓਵਰਆਲ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਸੁਨਾਮ ਹਲਕੇ ਦੇ ਵਿੱਚ 30.4% VOTING ਹੋਈ ਹੈ ਤੇ ਸਭ ਤੋਂ ਘੱਟ ਬਰਨਾਲਾ ਦੇ ਵਿੱਚ 27.23% VOTING ਹੋਈ ਹੈ। ਹਾਲਾਂਕਿ ਗੱਲ ਕੀਤੀ ਜਾਵੇ ਆਮ ਚੋਣਾਂ ਦੀ, ਜੇਕਰ ਗੱਲ ਕੀਤੀ ਜਾਵੇ ਚਾਹੇ ਵਿਧਾਨ ਸਭਾ ਚੋਣਾਂ ਚਾਹੇ ਲੋਕ ਸਭਾ ਚੋਣਾਂ ਦੀ, ਜਦੋਂ ਜਿਮਨੀ ਚੋਣ ਹੁੰਦੀ ਹੈ ਤਾਂ ਬਾਕੀ ਚੋਣਾਂ ਦੇ ਮੁਕਾਬਲੇ ਹਾਲਾਂਕਿ ਰੁਝਾਨ ਥੋੜਾ ਘੱਟ ਜ਼ਰੂਰ ਨਜ਼ਰ ਆਉਂਦਾ ਤੇ ਉਹ ਵੀ ਕਿਤੇ ਨਾ ਕਿਤੇ ਸਾਫ਼ ਤੌਰ ਤੇ ਇਸ ਜਿਮਨੀ ਚੋਣ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ। 3 ਵਜੇ ਤੱਕ ਗੱਲ ਕੀਤੀ ਜਾਵੇ ਤਾਂ ਓਵਰਆਲ 29.07% VOTING ਹੋਈ ਹੈ। ਸੁਨਾਮ ਦੇ ਵਿੱਚ ਸਭ ਤੋਂ ਵੱਧ ਹੋਈ ਹੈ 3 ਵਜੇ ਤੱਕ 30.4% VOTING ਹੋਈ ਹੈ ਤੇ ਸਭ ਤੋਂ ਘੱਟ ਬਰਨਾਲਾ ਦੇ ਵਿੱਚ 3 ਵਜੇ ਤੱਕ 27.23% VOTING ਹੋਈ ਹੈ। ਲਗਾਤਾਰ ਨਿਊਜ਼ 18 ਪੰਜਾਬ ਵੀ ਵੋਟਰਾਂ ਨੂੰ ਅਪੀਲ ਕਰ ਰਿਹਾ ਕਿ ਵੱਧ ਤੋਂ ਵੱਧ ਲੋਕ ਘਰਾਂ ਦੇ ਵਿੱਚ ਨਿਕਲਣ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ, ਕਿਉਂਕਿ ਤੁਹਾਡੇ ਵੱਲੋਂ ਪਾਈ ਵੋਟ ਜਿਹੜੀ ਹੈ 26 ਜੂਨ ਨੂੰ ਨਤੀਜਿਆਂ ਦੇ ਵਿੱਚ ਬਦਲੇਗੀ। ਉਸ ਦਿਨ ਇਹ ਤੈਅ ਹੋਵੇਗਾ ਕਿ ਆਖਿਰਕਾਰ ਇਸ ਹਲਕੇ ਦੀ ਜਨਤਾ ਦੇ ਵੱਲੋਂ, ਲੋਕਾਂ ਦੇ ਵੱਲੋਂ, ਵੋਟਰਾਂ ਦੇ ਵੱਲੋਂ ਕਿਸ ਦੇ ਹੱਕ ਦੇ ਵਿੱਚ ਆਪਣਾ ਫਤਵਾ ਦਿੱਤਾ ਗਿਆ। ਖੈਰ 26 ਜੂਨ ਨੂੰ ਇਹ ਸਾਫ਼ ਹੋ ਜਾਵੇਗਾ। ਤੁਹਾਨੂੰ ਵੱਖ-ਵੱਖ ਪੋਲਿੰਗ ਬੂਥਾਂ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ। ਵੋਟਰ ਆਪਣੇ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ। ਆਪਣੇ ਵੋਟ ਦੇ ਹੱਕ ਦਾ ਉਹਨਾਂ ਦੇ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ। ਸੋ ਵੱਖ-ਵੱਖ ਹਲਕਿਆਂ ਨੂੰ ਲੈ ਕੇ ਜਿਹੜੀ 3 ਵਜੇ ਤੱਕ ਵੋਟ ਫੀਸਦ ਅੰਕੜਾ ਜਿਹੜਾ ਸਾਡੇ ਤੱਕ ਪਹੁੰਚਿਆ ਹੈ ਉਹ ਵੀ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ। 3 ਵਜੇ ਤੱਕ ਓਵਰਆਲ ਵੋਟ ਪਰਸੈਂਟੇਜ ਦੀ ਗੱਲ ਕੀਤੀ ਜਾਵੇ ਤਾਂ ਓਵਰਆਲ 29.07% VOTING ਹੋਈ ਹੈ। ਸਭ ਤੋਂ ਵੱਧ ਸੁਨਾਮ ਦੇ ਵਿੱਚ ਹੋਈ ਹੈ 30.4%। ਸਭ ਤੋਂ ਘੱਟ ਬਰਨਾਲਾ ਦੇ ਵਿੱਚ VOTING ਹੋਈ ਹੈ 27.23% VOTING। ਉੱਥੇ ਵੱਖ-ਵੱਖ ਜਗ੍ਹਾਵਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵੀ ਵਿਖਾ ਰਹੇ ਹਾਂ, ਕਿਉਂਕਿ ਇਸ ਵਾਰ ਦੀ ਜਿਮਨੀ ਚੋਣ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਵਾਸਤੇ ਭਗਵੰਤ ਮਾਨ ਜਿਹੜੇ CM ਨੇ
ਉਹਨਾਂ ਵਾਸਤੇ ਵੀ ਵਕਾਰ ਦਾ ਸਵਾਲ ਜ਼ਰੂਰ ਹੈ, ਕਿਉਂਕਿ ਭਗਵੰਤ ਮਾਨ ਲਗਾਤਾਰ 2014 ਦੇ ਵਿੱਚ ਇੱਥੋਂ ਸੰਸਦ ਮੈਂਬਰ ਚੁਣੇ ਜਾਂਦੇ, 2019 ਦੇ ਵਿੱਚ ਚੁਣੇ ਜਾਂਦੇ ਨੇ। ਹੁਣ ਉਹਨਾਂ ਦੀ ਆਪਣੀ ਸਰਕਾਰ ਹੈ ਤੇ ਆਪਣੀ ਸਰਕਾਰ ਦੇ ਹੁੰਦਿਆਂ ਇਹ ਸੀਟ ਜਿੱਤਣੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਵਕਾਰ ਦਾ ਸਵਾਲ ਆਮ ਆਦਮੀ ਪਾਰਟੀ ਵਾਸਤੇ ਵੀ ਹੈ, ਸਰਕਾਰ ਵਾਸਤੇ ਵੀ ਹੈ ਤੇ ਭਗਵੰਤ ਮਾਨ ਵਾਸਤੇ ਹੈ ਕਿ ਕਿਵੇਂ ਮੁੜ ਤੋਂ ਉਸ ਜਿੱਤ ਨੂੰ ਬਰਕਰਾਰ ਰੱਖਿਆ ਜਾਵੇ। ਹਾਲਾਂਕਿ ਇਸ ਵਾਰ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ, ਕਿਉਂਕਿ ਭਗਵੰਤ ਮਾਨ ਦੇ ਸੀਐਮ ਬਣਨ ਤੋਂ ਬਾਅਦ ਧੂਰੀ ਤੋਂ ਜਿੱਤਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ, ਜਿਸ ਤੋਂ ਬਾਅਦ ਇਹ ਜਿਮਨੀ ਚੋਣ ਹੋ ਰਹੀ ਹੈ, ਜਿਸ ਨੂੰ ਲੈ ਕੇ ਸੰਗਰੂਰ ਲੋਕ ਸਭਾ ਹਲਕੇ ਨੂੰ ਲੈ ਕੇ ਜਿਮਨੀ ਚੋਣ ਨੂੰ ਲੈ ਕੇ ਵੋਟਿੰਗ ਜਾਰੀ ਹੈ। ਵੱਡੀ ਗਿਣਤੀ ਵਿੱਚ ਹਾਲਾਂਕਿ ਵੋਟਰ ਪਹੁੰਚ ਵੀ ਰਹੇ ਨੇ ਪੋਲਿੰਗ ਬੂਥਾਂ ਤੇ, ਪਰ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਸੁਸਤ ਰਫ਼ਤਾਰ ਜਿਹੜੀ ਕਹੀ ਜਾ ਸਕਦੀ ਹੈ, ਕਿਉਂਕਿ ਜਦੋਂ ਵੀ ਬਾਈ ਇਲੈਕਸ਼ਨ ਹੁੰਦੀ, ਜਿਮਨੀ ਚੋਣ ਹੁੰਦੀ ਹੈ, ਆਮ ਚੋਣਾਂ ਦੇ ਮੁਕਾਬਲੇ ਜ਼ਰੂਰ ਰੁਝਾਨ ਜਿਹੜਾ ਉਹ ਘੱਟ ਨਜ਼ਰ ਆਉਂਦਾ ਹੈ। ਉਹਦੀ ਵੱਡੀ ਵਜ੍ਹਾ ਇੱਕ ਗਰਮੀ ਵੀ ਹੋ ਜਾਂਦੀ ਹੈ, ਕਿਉਂਕਿ ਗਰਮੀ ਦੀ ਤਪਸ਼ ਜਿਵੇਂ ਕਿ ਲਗਾਤਾਰ ਬਰਕਰਾਰ ਹੈ ਤੇ ਇਹ ਵੀ ਇੱਕ ਵੱਡੀ ਵਜ੍ਹਾ ਹੁੰਦੀ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਸਵੇਰੇ ਵੋਟ ਪਾਉਣ ਨੂੰ ਤਰਜੀਹ ਦਿੰਦੇ ਆ ਜਾਂ ਜ਼ਿਆਦਾ ਲੋਕ ਸ਼ਾਮ ਨੂੰ ਪਹੁੰਚਦੇ ਆ ਤੇ ਇਸ ਕਰਕੇ ਦੁਪਹਿਰ ਵੇਲੇ ਲੋਕ ਘੱਟ ਬਾਹਰ ਨਿਕਲਦੇ ਆ। ਉੱਥੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ, ਦਿਗਜਾਂ ਦੇ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੇ ਵੋਟ ਪਾਈ, ਕੇਵਲ ਸਿੰਘ ਢਿੱਲੋਂ ਬੀਜੇਪੀ ਦੇ ਉਮੀਦਵਾਰ ਨੇ, ਉਹਨਾਂ ਦੇ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਦਲਵੀਰ ਗੋਲਡੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਦੇ ਵੱਲੋਂ ਵੋਟ ਪਾਈ ਗਈ। ਕੈਬਨਿਟ ਮੰਤਰੀ ਹਰਪਾਲ ਚੀਮਾ ਇਹ ਵੀ ਦਿੜਬਾ ਹਲਕੇ ਤੋਂ ਜਿੱਤ ਕੇ ਆਏ ਨੇ, ਉੱਥੋਂ ਹੀ ਵਿਧਾਇਕ ਚੁਣੇ ਗਏ, ਉਸ ਤੋਂ ਬਾਅਦ ਖਜ਼ਾਨਾ ਮੰਤਰੀ ਬਣੇ। ਮੀਤ ਹੇਰ ਬਰਨਾਲਾ ਤੋਂ ਉਹਨਾਂ ਦੇ ਵੱਲੋਂ ਜਿੱਤ ਦਰਜ ਕੀਤੀ ਗਈ। 2022 ਦੀਆਂ ਚੋਣਾਂ ਦੇ ਵਿੱਚ ਸਿੱਖਿਆ ਮੰਤਰੀ ਨੇ, ਉਹਨਾਂ ਦੇ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਇਹ ਸਾਰੇ ਜਿਹੜੇ ਵਿਧਾਨ ਸਭਾ ਹਲਕੇ ਸੀ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸੁਨਾਮ ਵਿਧਾਨ ਸਭਾ ਹਲਕਾ ਵੀ ਲੋਕ ਸਭਾ ਹਲਕੇ ਦੇ ਵਿੱਚ ਹੀ ਪੈਂਦਾ ਹੈ, ਉਹਨਾਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਗਈ ਹੈ। ਲਾਭ ਸਿੰਘ ਉਗੋਕੇ ਜਿਹੜੇ ਕਿ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, 2022 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਜਿੱਤ ਦਰਜ ਕੀਤੀ ਗਈ। ਭਦੌੜ ਹਲਕਾ ਵੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਪੈਂਦਾ ਹੈ, ਉਹਨਾਂ ਦੇ ਵੱਲੋਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਵੱਲੋਂ ਵੀ ਆਪਣੀ ਵੋਟ ਭੁਗਤਾਈ ਗਈ ਹੈ। ਸੋ ਵੱਖ-ਵੱਖ ਦਿਗਜਾਂ ਦੇ ਵੱਲੋਂ, ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਤੇ ਸਾਰਿਆਂ ਵੱਲੋਂ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ। ਤੁਹਾਨੂੰ ਵੱਖ-ਵੱਖ ਉਮੀਦਵਾਰਾਂ ਦੀਆਂ ਤੇ ਵੱਖ-ਵੱਖ ਦਿਗਜਾਂ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਉਹਨਾਂ ਦੇ ਵੱਲੋਂ ਪੋਲਿੰਗ ਬੂਥ ਤੇ ਪਹੁੰਚ ਕੇ ਵੋਟ ਭੁਗਤਾਈ ਗਈ, ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਹਾਲਾਂਕਿ ਇਸ ਵਾਰ ਦੀ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਅੱਡੀ ਚੋਟੀ ਦਾ ਜ਼ੋਰ ਵੀ ਲਾਇਆ ਗਿਆ, ਹਰ ਪਾਰਟੀ ਦੇ ਵੱਲੋਂ ਪੂਰੀ ਤਾਕਤ ਵੀ ਚੁੱਕੀ ਗਈ। ਖੈਰ 26 ਜੂਨ ਨੂੰ ਇਹ ਤੈਅ ਹੋਵੇਗਾ ਕਿ ਆਖਰਕਾਰ ਕਿਸ ਦੇ ਹੱਕ ਦੇ ਵਿੱਚ ਇਹ ਸੀਟ ਜਾਂਦੀ ਹੈ, ਕੌਣ ਜਿੱਤਣ ਦੇ ਵਿੱਚ ਕਾਮਯਾਬ ਹੁੰਦਾ ਹੈ, ਸੰਗਰੂਰ ਦਾ ਸਿਕੰਦਰ ਆਖਰਕਾਰ ਕੌਣ ਬਣਦਾ ਹੈ। ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਇਕੱਲੇ ਸੰਗਰੂਰ ਦੀ ਨਹੀਂ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕਣੀ ਪੈਣੀ ਹੈ, ਕਿਉਂਕਿ ਪਹਿਲਾਂ ਮਾਨ ਸਾਹਿਬ ਨੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਚੱਕੀ ਹੈ। ਜੋ ਜਿਸ ਤਰ੍ਹਾਂ ਮਾਨ ਸਾਹਿਬ ਨੇ ਕੰਮ ਕੀਤੇ ਹੋਏ ਨੇ, ਬਹੁਤ ਵੱਡਾ ਚੈਲੰਜ ਆ ਤੇ ਇਸ ਚੈਲੰਜ ਨੂੰ ਐਕਸੈਪਟ ਕਰਨ ਦੇ ਲਈ ਜਿਹੜਾ ਸਾਡਾ ਫਰਜ਼ ਆ ਇੱਕ ਆਮ ਸਧਾਰਨ ਪਰਿਵਾਰ ਦੇ ਮੁੰਡੇ ਦਾ, ਉਹਨੇ ਸਾਰੀਆਂ ਤਕਲੀਫਾਂ ਆਪਦੇ ਪਿੰਡੇ ਤੇ ਹੰਢਾਈਆਂ ਹੋਈਆਂ ਨੇ, ਉਹਨੂੰ ਕੱਲੀ ਕੱਲੀ ਗੱਲ ਦਾ ਪਤਾ। ਸੋ ਮੈਂ ਲੋਕਾਂ ਨੂੰ ਜਿਹੜਾ ਹਮੇਸ਼ਾ ਹੀ ਉਹਨਾਂ ਦੇ ਨਾਲ ਹੀ ਰਹਿ ਕੇ ਉਹਨਾਂ ਦੇ ਵਿੱਚ ਰਹਿ ਕੇ ਕੰਮ ਕਰਿਆ, ਇਹ ਨਹੀਂ ਹੈਗਾ ਵੀ ਸਨਰੂਫ ਚੋਂ ਟਾਟਾ ਬਾਏ ਬਾਏ ਕਰਤੀ। ਕਾਨੂੰਨ ਵਿਵਸਥਾ, ਅਮਨ ਸ਼ਾਂਤੀ ਔਰ ਇੱਥੋਂ ਦੀ ਆਰਥਿਕ ਹਾਲਤ ਇੱਕ ਬਹੁਤ ਵੱਡਾ ਮੁੱਦਾ ਬਣਿਆ ਪਿਆ। ਸੋ ਉਹਨੂੰ ਦੇਖਦੇ ਹੋਏ ਲੋਕਾਂ ਨੇ ਇਹ ਦੇਖਿਆ ਕਿ ਜਿਵੇਂ ਅਸੀਂ 3 ਮਹੀਨੇ ਪਹਿਲਾਂ ਇੱਕ ਵੱਡਾ ਬਦਲਾਅ ਕਿਹਾ ਸੀ, ਹੁਣ ਅਸੀਂ ਆਪ ਦਾ ਵੱਡਾ ਬਦਲਾਅ ਉਸ ਤੋਂ ਉਹ ਬਦਲਾਅ ਸਾਨੂੰ ਠੀਕ ਨਹੀਂ ਲੱਗਿਆ, ਲੋਕ ਬਹੁਤ ਨਿਰਾਸ਼ ਹੋਏ। ਸੋ ਫਿਰ ਬਦਲਾਅ ਕਰਕੇ ਹੁਣ ਇਹਨਾਂ ਜਿਹੜੇ ਪਾਸੇ ਉਮੀਦਵਾਰ ਲੜ ਰਹੇ ਆ ਉਹਨਾਂ 'ਚ ਉਸ ਉਮੀਦਵਾਰ ਨੂੰ ਚੁਣ ਕੇ ਕੇਂਦਰ 'ਚ ਭੇਜਣਗੇ ਤਾਂ ਕਿ ਇਸ ਇਲਾਕੇ ਲਈ ਕੁਝ ਲਿਆ ਸਕਣ। ਬਹੁਤ ਲੰਬੇ ਸਮੇਂ ਤੋਂ ਬਹੁਤ ਸਾਰੀਆਂ ਜਥੇਬੰਦੀਆਂ, ਧਾਰਮਿਕ ਪੰਥਕ ਧਿਰਾਂ ਲੜ ਰਹੀਆਂ ਨੇ। ਜਦੋਂ ਕੋਈ ਵੀ ਉਹਨਾਂ ਦੀ ਰਿਹਾਈ ਨਹੀਂ ਹੋ ਸਕੀ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਦੇ ਨਾਲ, ਪੰਥਕ ਧਿਰਾਂ ਦੇ ਹੁਕਮ ਦੇ ਨਾਲ ਅਸੀਂ ਇਹ ਚੋਣ ਮੈਦਾਨ 'ਚ ਆਏ ਹਾਂ ਤੇ ਲੋਕਾਂ ਦੇ ਕੋਲ ਇੱਕ ਸੁਨੇਹਾ ਲੈ ਕੇ ਗਏ ਹਾਂ ਤੇ ਅਸੀਂ ਉਮੀਦ ਕਰਦੇ ਹਾਂ, ਕਿਉਂਕਿ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਅਸੀਂ ਜਾਂਦੇ ਸੀ, ਜਿਸ ਤਰ੍ਹਾਂ ਉਸ ਸਾਡੇ ਦਰਦ ਨੂੰ ਮਹਿਸੂਸ ਕਰਦੇ ਸੀ, ਬੰਦੀ ਸਿੰਘਾਂ ਦੇ ਨਾਲ ਜੋ ਬੇਇਨਸਾਫੀ ਹੋ ਰਹੀ ਹੈ ਉਸ ਨੂੰ ਮਹਿਸੂਸ ਕਰਦੇ ਸੀਗੇ, ਅਸੀਂ ਆਸ ਕਰਦੇ ਹਾਂ ਕਿ ਲੋਕ ਇੱਕ ਵਧੀਆ ਹੁੰਗਾਰਾ ਦੇਣਗੇ। ਇਸ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਕਿਉਂ ਕਰਕੇ ਸਿੰਘ ਫਸੇ ਹੋਏ ਹੈ ਵੱਡੀਆਂ ਹਿੰਦੂਤਵਾ ਪਾਰਟੀਆਂ ਦੇ, ਇੱਕ ਛੋਟੀ ਜੀ ਪਾਰਟੀ ਦੇ ਨਾਲ। ਇੱਥੇ ਅਬਜ਼ਰਵਰ ਹੋਣੇ ਚਾਹੀਦੇ ਹੈ ਤੇ ਅਬਜ਼ਰਵਰਾਂ ਨੂੰ ਆ ਕੇ ਦੇਖਣਾ ਚਾਹੀਦਾ ਹੈ ਕਿ ਇਹ ਇਲੈਕਸ਼ਨ ਤਸੱਲੀ ਦੇ ਨਾਲ ਹੋ ਰਹੇ ਹੈ ਕਿ ਨਹੀਂ ਹੋ ਰਹੇ। ਸਰਦਾਰ ਗੁਰਮੇਲ ਸਿੰਘ ਘਰਾਚੋਂ ਨੇ ਲੰਬਾ ਅਰਸਾ ਲੜਾਈ ਲੜੀ ਆ ਔਰ ਸਭ ਤੋਂ ਪਹਿਲਾਂ ਪਾਰਟੀ ਦਾ ਵਲੰਟੀਅਰ ਬਣਿਆ, ਫਿਰ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਬਣਿਆ। ਸਰਪੰਚ ਬਣਨ ਤੋਂ ਬਾਅਦ ਪਾਰਟੀ ਨੇ ਮਾਣ ਬਖਸ਼ਿਆ, ਜ਼ਿਲ੍ਹਾ ਪ੍ਰਧਾਨ ਬਣਾਇਆ ਔਰ ਮਾਨ ਸਾਹਿਬ ਦੀ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਪਾਰਖੂ ਅੱਖ ਨੇ ਦੇਖਿਆ ਕਿ ਇਸ ਨੌਜਵਾਨ ਦੇ ਵਿੱਚ ਟੈਲੈਂਟ ਆ, ਜਿਹੜਾ ਬੜੀ ਅੱਛੀ ਜਿਹਨੇ ਅੱਛੀ ਪੜ੍ਹਾਈ ਕੀਤੀ ਹੈ, ਉਹਨੂੰ ਦੇਸ਼ ਦੀ ਬਾਈ ਇਲੈਕਸ਼ਨ ਦੀ ਜਿਹੜੀ ਹੋ ਰਹੀ ਹੈ ਸਰੋੜ ਦੀ, ਉਦੋਂ ਟਿਕਟ ਦੇ ਕੇ ਨਵਾਜਿਆ। ਸੋ ਵੱਡੀ ਲੀਡ ਦੇ ਨਾਲ ਸਰਦਾਰ ਗੁਰਮੇਲ ਸਿੰਘ ਘਰਾਚੋਂ ਜਿੱਤਣਗੇ। ਪੰਜਾਬ ਦੇ ਲੋਕਾਂ ਦਾ ਬਜਟ ਹੈਗਾ ਉਹ 27 ਤਰੀਕ ਨੂੰ ਪੇਸ਼ ਹੋਣਾਗਾ ਔਰ ਜਿੰਨੇ ਵੀ ਵਾਅਦੇ, ਜਿੰਨੀਆਂ ਵੀ ਗਰੰਟੀਆਂ
ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ, ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਦਿੱਤੀਆਂ ਨੇਗੀਆਂ, ਉਹ ਸਾਰੀਆਂ 100% ਪੂਰੀਆਂ ਕਰਾਂਗੇ। ਔਰ ਲੋਕਾਂ ਨੂੰ ਪਹਿਲੀ ਵਾਰ ਮਹਿਸੂਸ ਹੋਊਗਾ ਕਿ ਲੋਕਾਂ ਦਾ ਬਜਟ ਹੈਗਾ, ਕਿਉਂਕਿ ਅਸੀਂ ਲੋਕਾਂ ਜਾ ਕੇ ਤਿਆਰ ਕੀਤਾ ਹੈਗਾ। ਅਸੀਂ ਬੰਦ ਕਮਰਿਆਂ 'ਚ ਤਿਆਰ ਨਹੀਂ ਕੀਤਾ, ਅਸੀਂ ਏਸੀ ਕਮਰਿਆਂ 'ਚ ਬੈਠ ਕੇ ਤਿਆਰ ਨਹੀਂ ਕੀਤਾ, ਅਸੀਂ ਲੋਕਾਂ ਵਿੱਚ ਜਾ ਕੇ ਜਿਹੜਾ ਹੈਗਾ ਉਹਨਾਂ ਦੀ ਗੱਲ ਸੁਣੀ ਆ, ਹਰੇਕ ਵਰਗ ਦੀ ਗੱਲ ਸੁਣੀ ਆ, ਔਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਗਿਆਂਗੇ ਔਰ ਜਾ ਕੇ ਪਹਿਲਾ ਬਜਟ ਹੋਊਗਾ ਆਜ਼ਾਦੀ ਤੋਂ ਬਾਅਦ ਜਿਹੜਾ ਕਿ ਲੋਕਾਂ ਦਾ ਬਜਟ ਹੋਊਗਾ। ਵੋਟ ਦਾ ਇਸਤੇਮਾਲ ਜਿਹੜਾ ਜ਼ਰੂਰ ਕਰਕੇ ਆਓ, ਕਿਉਂਕਿ ਲੋਕਤੰਤਰ ਦੇ ਵਿੱਚ ਸਾਨੂੰ ਸਾਰਿਆਂ ਨੂੰ, ਜਿਨ੍ਹਾਂ ਦੀ ਵੀ 18 ਸਾਲ ਤੋਂ ਉੱਪਰ, ਕਈ ਸਾਡੇ ਬੱਚਿਆਂ ਨੇ ਪਹਿਲੀ ਵਾਰੀ ਵੋਟ ਦਾ ਇਸਤੇਮਾਲ ਕਰਨਾ ਹੋਣਾ, ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿਹੜਾ ਪਰਸੈਂਟੇਜ ਜਿਹੜੀ ਹੈ ਉਹ ਪੋਲ ਹੋਣੀ ਚਾਹੀਦੀ ਹੈ। ਬਾਕੀ ਆਮ ਆਦਮੀ ਪਾਰਟੀ 100% ਜਿਹੜੀ ਸੰਗਰੂਰ ਦੀ ਲੋਕ ਸਭਾ ਉੱਥੋਂ ਜਿੱਤ ਜਿਹੜੀ ਆ ਉਹ ਪ੍ਰਾਪਤ ਕਰਨ ਜਾ ਰਹੀ ਹੈ, ਕਿਉਂਕਿ ਸਾਰੇ ਪੰਜਾਬ ਦੇ ਲੋਕ ਜਾਣ ਰਹੇ ਆ ਕਿ ਅੱਜ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਉਹਦੇ 'ਚ ਸਭ ਤੋਂ ਵੱਡਾ ਯੋਗਦਾਨ ਸੰਗਰੂਰ ਦੇ ਲੋਕਾਂ ਦਾ, ਕਿਉਂਕਿ ਸੰਗਰੂਰ ਦੇ ਲੋਕ ਉਹ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਬੂਟਾ ਲਾਇਆ। 14 'ਚ ਵੀ ਇੱਥੋਂ ਜਿਹੜੇ ਸਾਡੇ ਹੁਣ ਮਾਨਯੋਗ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ, ਵੱਡੀ ਲੀਡ ਦੇ ਨਾਲ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਿਆ ਤੇ ਉਹਨਾਂ ਨੇ ਬਹੁਤ ਅੱਛਾ ਪਰਫਾਰਮ ਕੀਤਾ। ਤੇ ਉਸ ਤੋਂ ਬਾਅਦ 19 ਦੇ ਵਿੱਚ ਵੀ ਜਦੋਂ ਪੂਰੇ ਹਿੰਦੁਸਤਾਨ 'ਚੋਂ ਇੱਕੋ ਸੀਟ ਆਈ ਆਮ ਆਦਮੀ ਪਾਰਟੀ ਨੂੰ, ਤਾਂ ਵੀ ਸੰਗਰੂਰ ਬਰਨਾਲੇ ਦੇ ਲੋਕਾਂ ਨੇ ਇੱਥੋਂ ਦੁਬਾਰਾ ਮਾਨ ਸਾਹਿਬ ਨੂੰ ਜਿਤਾ ਕੇ ਭੇਜਿਆ ਤੇ ਮਾਨ ਸਾਹਿਬ ਨੇ ਐਜ਼ ਏ ਮੈਂਬਰ ਪਾਰਲੀਮੈਂਟ ਬਹੁਤ ਅੱਛਾ ਪਰਫਾਰਮ ਕੀਤਾ, ਜਿਹਦੇ ਤੋਂ ਮੈਂ ਸਮਝਦਾ ਕਿ ਦੇਣ ਉਹ ਸੰਗਰੂਰ ਵਾਲੇ ਲੋਕਾਂ ਦੀ ਸੀ, ਪਰ ਉਹਨਾਂ ਦੀ ਦੇਣ ਤੋਂ ਖੁਸ਼ ਹੋ ਕੇ ਪੂਰੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ 92 ਸੀਟਾਂ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਾਇਆ। ਸੋ ਉਹਨਾਂ ਦੀ ਸੀਟ ਜਿਹੜੀ ਹੈ ਇਹ ਵੇਕੈਂਟ ਹੋਈ ਹੈ ਮਾਨ ਸਾਹਿਬ ਵਾਲੀ। ਸੋ ਹੁਣ 100% ਜਿਹੜੇ ਸੰਗਰੂਰ ਦੇ ਲੋਕ ਨੇ, ਕਿਉਂਕਿ ਪਹਿਲਾਂ ਵੀ ਮਾਨ ਸਾਹਿਬ ਪੀਲੀ ਪੱਗ ਬੰਨ੍ਹ ਕੇ ਉੱਥੇ ਜਾਂਦੇ ਸੀ, ਹੁਣ ਵੀ ਪੀਲੀ ਪੱਗ ਵਾਲਾ ਗੁਰਮੇਲ ਸਿੰਘ ਘਰਾਚੋਂ 100% 26 ਤਰੀਕ ਨੂੰ ਨਵੇਂ ਮੈਂਬਰ ਪਾਰਲੀਮੈਂਟ ਬਣ ਕੇ ਸੰਗਰੂਰ ਤੋਂ ਲੋਕ ਸਭਾ ਦੇ ਵਿੱਚ ਜਿਹੜਾ ਉਹ ਜਾ ਰਹੇ ਨੇ। ਸੋ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ VOTING ਜਾਰੀ ਹੈ। ਉੱਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ, ਆਗੂਆਂ ਦੇ ਵੱਲੋਂ ਆਪੋ ਆਪਣੀ ਜਿੱਤ ਦਾ ਦਾਅਵਾ ਵੀ ਕੀਤਾ ਜਾ ਰਿਹਾ। ਤੁਹਾਨੂੰ ਨਾਲ ਤਸਵੀਰਾਂ ਵਿਖਾ ਰਹੇ ਹਾਂ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ, ਦਿਗਜਾਂ ਦੇ ਵੱਲੋਂ, ਕੈਬਨਿਟ ਮੰਤਰੀਆਂ ਦੇ ਵੱਲੋਂ, ਵਿਧਾਇਕਾਂ ਦੇ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੋਲਿੰਗ ਬੂਥ ਤੇ ਪਹੁੰਚੇ, ਉਹਨਾਂ ਦੇ ਵੱਲੋਂ ਵੀ ਆਪਣੀ ਵੋਟ ਭੁਗਤਾਈ ਗਈ। ਕੇਵਲ ਸਿੰਘ ਢਿੱਲੋਂ ਉਹਨਾਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਗਈ, ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ। ਦਲਵੀਰ ਗੋਲਡੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ, ਹਾਲਾਂਕਿ 2022 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਧੂਰੀ ਤੋਂ ਸੀਐਮ ਭਗਵੰਤ ਮਾਨ ਦੇ ਮੁਕਾਬਲੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਪਰ ਫਿਰ ਦਲਵੀਰ ਗੋਲਡੀ ਤੇ ਇਹ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਦਾ ਖੇਡਿਆ ਗਿਆ। ਉਹਨਾਂ ਦੇ ਵੱਲੋਂ ਆਪਣੀ ਵੋਟ ਭੁਗਤਾਈ ਗਈ। ਹਰਪਾਲ ਚੀਮਾ ਜਿਹੜੇ ਕੈਬਨਿਟ ਮੰਤਰੀ ਨੇ, ਖਜ਼ਾਨਾ ਮੰਤਰੀ ਨੇ, ਉਹਨਾਂ ਦੇ ਵੱਲੋਂ ਹਲਕਾ ਦਿੜਬਾ ਦੇ ਵਿੱਚ ਆਪਣੀ ਵੋਟ ਭੁਗਤਾਈ। ਕੈਬਨਿਟ ਮੰਤਰੀ ਮੀਤ ਹੇਰ ਜਿਹੜੇ ਕਿ ਬਰਨਾਲਾ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦੇ ਵੱਲੋਂ ਆਪਣੀ ਵੋਟ ਪਾਈ ਗਈ। ਇਸ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਖ ਕਰਾਂਗੇ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਸੀਐਮ ਮਾਨ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ। VOTING ਦਾ 1 ਘੰਟਾ ਹੋਰ ਵਧਾਉਣ ਦੀ ਅਪੀਲ ਕੀਤੀ ਗਈ ਹੈ। ਸੀਐਮ ਨੇ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੱਤਾ ਹੈ। 7 ਵਜੇ ਤੱਕ VOTING ਦੀ ਇਜਾਜ਼ਤ ਦਿੱਤੀ ਜਾਵੇ। ਸੀਐਮ ਦੇ ਵੱਲੋਂ ਚੋਣ ਕਮਿਸ਼ਨ ਦੇ ਅੱਗੇ ਮੰਗ ਰੱਖੀ ਗਈ ਹੈ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਇਸ ਕਰਕੇ 7 ਵਜੇ ਤੱਕ ਵੋਟਾਂ ਦੀ ਇਜਾਜ਼ਤ ਦਿੱਤੀ ਜਾਵੇ। ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਅਪੀਲ ਕੀਤੀ ਗਈ ਹੈ। ਇਸ ਦੇ ਪਿੱਛੇ ਹਵਾਲਾ ਦਿੱਤਾ ਗਿਆ ਝੋਨੇ ਦਾ ਸੀਜ਼ਨ ਦਾ, ਕਿਉਂਕਿ ਕਿਸਾਨ ਖੇਤਾਂ ਦੇ ਵਿੱਚ ਮਸਰੂਫ ਨੇ, ਝੋਨਾ ਲਗਾਉਣ ਦੇ ਵਿੱਚ ਮਸਰੂਫ ਨੇ ਤੇ ਇਸੇ ਦਾ ਹੀ ਆਧਾਰ ਬਣਾਉਂਦੇ, ਇਸ ਦਾ ਹੀ ਤਰਕ ਦਿੰਦੇ ਹੋਏ ਸੀਐਮ ਮਾਨ ਦੇ ਵੱਲੋਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ 7 ਵਜੇ ਤੱਕ VOTING ਦੀ ਇਜਾਜ਼ਤ ਦਿੱਤੀ ਜਾਵੇ। VOTING ਦਾ 1 ਘੰਟਾ ਹੋਰ ਵਧਾਉਣ ਦੀ ਜਿਹੜੀ ਅਪੀਲ ਕੀਤੀ ਗਈ ਹੈ, ਕਿਉਂਕਿ ਵੈਸੇ 6 ਵਜੇ ਤੱਕ ਦਾ ਸਮਾਂ ਜਿਹੜਾ VOTING ਦਾ ਤੇ 1 ਘੰਟਾ ਹੋਰ ਵਧਾ ਕੇ 7 ਵਜੇ ਤੱਕ ਇਹ ਸਮਾਂ ਕਰਨ ਦੀ ਸੀਐਮ ਮਾਨ ਦੇ ਵੱਲੋਂ ਅਪੀਲ ਕੀਤੀ ਗਈ ਹੈ। ਚੋਣ ਕਮਿਸ਼ਨ ਨੂੰ ਸੀਐਮ ਭਗਵੰਤ ਮਾਨ ਦੇ ਵੱਲੋਂ ਅਪੀਲ ਕੀਤੀ ਗਈ ਹੈ। ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ VOTING ਦਾ 1 ਘੰਟਾ ਹੋਰ ਵਧਾਉਣ ਦੀ ਅਪੀਲ ਕੀਤੀ ਹੈ। ਸੀਐਮ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ, ਝੋਨੇ ਦੇ ਸੀਜ਼ਨ ਦਾ ਉਹਨਾਂ ਦੇ ਵੱਲੋਂ ਹਵਾਲਾ ਦਿੱਤਾ ਗਿਆ ਹੈ। ਸੋ VOTING ਦਾ ਸਮਾਂ 1 ਘੰਟਾ ਹੋਰ ਵਧਾਉਣ ਦੀ ਜਿਹੜੀ ਮੰਗ ਕੀਤੀ ਗਿਆ। 7 ਵਜੇ ਤੱਕ VOTING ਦੇ ਸਮੇਂ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ। 6 ਵਜੇ ਤੋਂ ਵਧਾ ਕੇ 7 ਵਜੇ ਤੱਕ ਸਮਾਂ ਕੀਤਾ ਜਾਵੇ ਤਾਂ ਕਿ ਜਿਹੜੇ ਹਲਕੇ ਦੇ ਵੋਟਰ ਆ 7 ਵਜੇ ਤੱਕ ਪੋਲਿੰਗ ਬੂਥਾਂ ਤੇ ਪਹੁੰਚ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਕਮਿਸ਼ਨ ਦੇ ਅੱਗੇ ਇਹ ਮੰਗ ਰੱਖੀ ਗਈ ਹੈ। ਚੋਣ ਕਮਿਸ਼ਨ ਦੇ ਅੱਗੇ ਇਹ ਅਪੀਲ ਕੀਤੀ ਗਈ ਹੈ ਕਿ VOTING ਦੇ ਸਮੇਂ ਦਾ 1 ਘੰਟਾ ਹੋਰ ਵਧਾਇਆ ਜਾਵੇ। ਸੀਐਮ ਦੇ ਵੱਲੋਂ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੱਤਾ ਗਿਆ ਤੇ 7 ਵਜੇ ਤੱਕ VOTING ਦੀ ਇਜਾਜ਼ਤ ਦੇਣ ਦੀ ਜਿਹੜੀ ਮੰਗ ਕੀਤੀ ਗਈ ਹੈ ਸੀਐਮ ਮਾਨ ਦੇ ਵੱਲੋਂ। ਸੀਐਮ ਮਾਨ ਨੇ ਦਰਅਸਲ ਟਵੀਟ ਕਰਦੇ ਲਿਖਿਆ ਕੀ ਹੈ, ਤੁਹਾਨੂੰ ਵਿਸਥਾਰ ਦੇ ਨਾਲ ਵੀ ਦੱਸ ਦਿੰਦੇ ਹਾਂ। ਸੀਐਮ ਮਾਨ ਨੇ ਟਵੀਟ ਕਰਦੇ ਲਿਖਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ
ਝੋਨੇ ਦੇ ਸੀਜ਼ਨ ਦਾ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ। ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਉਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਦੇ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਝੋਨੇ ਦੇ ਸੀਜ਼ਨ ਦਾ ਹਵਾਲਾ ਦਿੱਤਾ ਗਿਆ ਕਿਉਂਕਿ ਜਿੱਥੇ ਕਿਸਾਨ ਖੇਤਾਂ 'ਚ ਮਸਰੂਫ ਨੇ ਉੱਥੇ ਜਿਹੜੇ ਮਜ਼ਦੂਰ ਨੇ, ਜਿਹੜੇ ਝੋਨਾ ਲਗਾਉਣ ਵਾਲੀ ਲੇਬਰ ਹੁੰਦੀ ਹੈ, ਉਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਖੇਤਾਂ ਦੇ ਵਿੱਚ ਮਸਰੂਫ ਹੁੰਦੇ ਜਿਨ੍ਹਾਂ ਵੱਲੋਂ ਝੋਨਾ ਲਗਾਇਆ ਜਾਂਦਾ ਹੈ। ਤੇ ਇਸੇ ਕਰਕੇ ਇਸੇ ਦਾ ਹੀ ਹਵਾਲਾ ਦਿੰਦੇ ਹੋਏ ਸੀਐਮ ਮਾਨ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਵੋਟਿੰਗ ਦਾ ਸਮਾਂ 1 ਘੰਟਾ ਹੋਰ ਵਧਾਇਆ ਜਾਵੇ। 6 ਵਜੇ ਦੀ ਬਜਾਏ 7 ਵਜੇ ਸਮਾਂ ਕਰ ਦਿੱਤਾ ਜਾਵੇ। ਸੀਐਮ ਮਾਨ ਦੇ ਵੱਲੋਂ ਦਰਅਸਲ ਟਵੀਟ ਕਰਦੇ ਲਿਖਿਆ ਗਿਆ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜ਼ਨ ਦਾ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਨੇ। ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਉਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸੰਵਿਧਾਨ ਦੇ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ। ਖੈਰ, ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ VOTING ਜਾਰੀ ਹੈ। ਲਗਾਤਾਰ ਅਸੀਂ ਵੀ ਨਿਊਜ਼ 18 ਪੰਜਾਬ ਵੀ ਵੋਟਰਾਂ ਨੂੰ ਇਹ ਅਪੀਲ ਕਰਦਾ ਹੈ ਕਿ ਘਰਾਂ ਦੇ ਵਿੱਚੋਂ ਨਿਕਲੋ, ਪੋਲਿੰਗ ਬੂਥਾਂ ਤੇ ਪਹੁੰਚੋ ਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ। ਫਿਲਹਾਲ ਇੱਥੇ ਰੁਕ ਰਹੇ ਛੋਟੀ ਜਿਹੀ ਬ੍ਰੇਕ ਲਈ। ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ।